ਅਸੀਂ ਉਦੋਂ ਰਾਤ ਨੂੰ ਕਮਲੇ ਹੋ ਕੇ ਸਾਨੂੰ 4 ਪੈਗ ਉਧਰੋਂ ਲਵਾਤੇ, ਭੁੱਕੀ ਨਸ਼ਾ ਲਿਆਤਾ, ਕਿਸੇ ਨੇ ਫੀਮ ਲਿਆਤੀ। ਅਸੀਂ ਨਾ ਪੜਿਆ ਹੋਇਆ ਪ੍ਰਧਾਨ ਮੰਤਰੀ ਬਣਾ ਕੇ ਉਹਦਾ ਸਿੱਟਾ ਚੱਲ ਰਹੇ ਹਾਂ ਜੀ। ਦੀਪ ਸਿੱਧੂ ਨੇ ਵੀ ਕਿਸਾਨੀ ਅੰਦੋਲਨ ਦੇ ਹੱਕ ਦੀ ਗੱਲ ਕੀਤੀ ਹੈ, ਬਹੁਤ ਵੱਡਾ ਹਜੂਮ ਆ ਉਹਦੇ ਮਗਰ। ਲੱਖੇ ਸਿਧਾਣੇ ਨੇ ਵੀ ਇਹੀ ਗੱਲ ਕੀਤੀ ਹੈ। ਜਿਹੜਾ ਸਾਡਾ ਮਕਸਦ ਆ, ਮੰਤਵ ਹੈ, ਉਹ ਇਹ ਹੀ ਆ ਵੀ ਅਸੀਂ ਉੱਥੇ ਆਏ ਲੋਕਾਂ ਨੂੰ, ਇਕੱਠ ਨੂੰ ਇਹਦੇ ਪ੍ਰਤੀ ਜਾਗਰੂਕ ਕਰੀਏ। ਲੋਕਾਂ ਦੇ ਵਿੱਚ ਹਿੰਮਤ ਤੇ ਹੌਸਲੇ ਵਾਲੀ ਰੂਹ ਫੂਕੀਏ। ਇਹ ਕੋਈ 2-4 ਰਾਤਾਂ ਦਾ, ਦਿਨਾਂ ਦਾ, ਹਫ਼ਤਿਆਂ ਦਾ ਨਹੀਂਗਾ। ਇਹ ਅੰਦੋਲਨ ਬਹੁਤ ਲੰਮਾ ਚੱਲਣ ਦੇ ਅਸਾਰ ਆ। तेरह अप्रैल ਨੂੰ ਅਨੰਦਪੁਰ ਸਾਹਿਬ ਦੇ ਵਿੱਚ ਕਲਾਕਾਰ ਜਿਹੜੀ ਕਿਸਾਨੀ ਸੰਘਰਸ਼ ਵਾਸਤੇ ਅਰਦਾਸ ਕਰਨ ਜਾ ਰਹੇ ਨੇ, ਉਸ ਦੇ ਵਿੱਚ ਸਿਆਸਤਦਾਨਾਂ ਨੂੰ ਵੀ ਖੁੱਲ੍ਹਾ ਸੱਦਾ ਹੈ, ਪਰੰਤੂ ਸ਼ਰਤ ਇਹ ਹੈ ਕਿ ਗੱਲ ਸਿਆਸਤ ਦੀ ਨਹੀਂ, ਕਿਸਾਨੀ ਦੀ ਹੋਏਗੀ। ਸਾਡੇ ਨਾਲ ਕਲਾਕਾਰ ਸਰਬਜੀਤ ਚੀਮਾ ਨੇ। ਵੱਡੀ ਸ਼ਰਤ ਤੇ ਖੁੱਲ੍ਹਾ ਸੱਦਾ। ਹਾਂਜੀ ਬਿਲਕੁਲ ਜੀ। ਮੈਂ ਸਤਿਗੁਰ ਓਟ ਆਸਰਾ ਜਿਹੜਾ ਟਰੱਸਟ ਹੈ ਜੀ, ਇਹਨਾਂ ਵੱਲੋਂ ਸਾਨੂੰ ਵੀ ਇੱਥੇ ਬੁਲਾਇਆ ਗਿਆ ਔਰ ਇਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਆਰਟਿਸਟ, ਬਹੁਤ ਸਾਰੇ ਥੀਏਟਰ ਦੇ ਆਰਟਿਸਟ, ਸਿਨੇਮੇ ਦੇ ਆਰਟਿਸਟ, ਸਿੰਗਰ ਲੋਕ ਤੇ ਸਪੋਰਟਸ ਨੂੰ ਖੇਡਣ ਵਾਲੇ, ਸਪੋਰਟਸ ਨੂੰ ਪਿਆਰ ਕਰਨ ਵਾਲੇ ਲੋਕ ਨੇ। ਹੋਰ ਬੜੇ ਜਿਹੜੇ ਕਿਸਾਨਾਂ ਦੇ ਹਤੈਸ਼ੀ ਲੋਕ ਆ ਜੀ, ਬੁੱਧੀਜੀਵੀ ਲੋਕ, ਇਹ ਬਹੁਤ ਵੱਡੀ ਟੀਮ ਆ ਜੀ। ਇਹਨਾਂ ਸਾਰਿਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਅਸੀਂ ਵਿਸਾਖੀ ਵਾਲੇ ਦਿਨ, ਜਿਹੜਾ ਵਿਸਾਖੀ ਦਾ ਦਿਹਾੜਾ ਹੈ, ਮੈਂ ਪਹਿਲਾਂ ਦੱਸਦਾ, ਇਹ ਸਾਡੇ ਲਈ ਬਹੁਤ ਮਹੱਤਤਾ ਰੱਖਦਾ। ਸਾਡੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਸੀ ਆਪਣੀ ਕੌਮ ਦੀ ਖਾਤਰ, ਸਾਡੇ ਸਾਰਿਆਂ ਦੀ ਖਾਤਰ, ਦੇਸ਼ ਨੂੰ ਬਚਾਉਣ ਲਈ। ਤੇ ਅਸੀਂ ਉਸ ਧਰਤੀ ਦੇ ਉੱਪਰ ਇਹ ਜਿਹੜਾ 13 ਤਰੀਕ ਨੂੰ ਬਹੁਤ ਵੱਡੀ ਰੈਲੀ, ਕਨਵੈਨਸ਼ਨ ਕਹਿ ਲਓ, ਬਹੁਤ ਵੱਡਾ ਇਕੱਠ ਕਰਨ ਜਾ ਰਹੇ ਹਾਂ ਜੀ। ਉਸ ਤੋਂ ਪਹਿਲਾਂ ਮੱਥਾ ਟੇਕਣਗੇ ਸਾਰੀ ਟੀਮ, ਸਭ ਲੋਕ, ਅਰਦਾਸ ਹੋਏਗੀ ਇਸ ਸੰਘਰਸ਼ ਦੀ, ਚੜ੍ਹਦੀ ਕਲਾ ਦੀ। ਤਾਂ ਫਿਰ ਮੰਚ ਦੇ ਉੱਪਰੋਂ ਵੀ ਜਿਹੜਾ ਸਾਡਾ ਮਕਸਦ ਆ, ਮੰਤਵ ਹੈ, ਉਹ ਇਹ ਹੀ ਆ ਵੀ ਅਸੀਂ ਉੱਥੇ ਆਏ ਲੋਕਾਂ ਨੂੰ, ਇਕੱਠ ਨੂੰ ਇਹਦੇ ਪ੍ਰਤੀ ਜਾਗਰੂਕ ਕਰੀਏ, ਲੋਕਾਂ ਨੂੰ ਨਾਲ ਜੋੜੀਏ, ਲੋਕਾਂ ਦੇ ਉੱਪਰ, ਲੋਕਾਂ ਦੇ ਵਿੱਚ ਹਿੰਮਤ ਤੇ ਹੌਸਲੇ ਵਾਲੀ ਰੂਹ ਫੂਕੀਏ, ਉਹਨਾਂ ਨੂੰ ਹੌਸਲਾ ਉਹਨਾਂ ਦਾ ਵਧਾਈਏ। ਤੇ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਦੁਨੀਆ ਦੇ ਵਿੱਚ ਆਵਾਜ਼ ਜਾਣੀ ਆ, ਇਹ ਸਭ ਨੂੰ ਅਸੀਂ ਅਪੀਲ ਕਰੀਏ ਕਿ ਤੁਸੀਂ ਵੀ ਵੱਧ ਚੜ੍ਹ ਕੇ ਅੰਦੋਲਨ ਨਾਲ ਜੁੜੇ ਹੋਏ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਇਸ ਤੋਂ ਵੀ ਵੱਧ ਚੜ੍ਹ ਕੇ ਹੋਰ ਹਿੱਸਾ ਪਾਓ, ਤਾਂ ਕਿ ਇਹ ਜਿਹੜਾ ਅੰਦੋਲਨ ਹੈ, ਇਹ ਕੋਈ 2-4 ਰਾਤਾਂ ਦਾ, ਦਿਨਾਂ ਦਾ, ਹਫ਼ਤਿਆਂ ਦਾ ਨਹੀਂਗਾ। ਇਹ ਅੰਦੋਲਨ ਬਹੁਤ ਲੰਮਾ ਚੱਲਣ ਦੇ ਅਸਾਰ ਆ ਔਰ ਤੁਸੀਂ ਹੁਣ ਤੱਕ ਡਟੇ ਹੋਏ ਹੋ, ਤੁਹਾਡਾ ਧੰਨਵਾਦ। ਤੇ ਇਹ ਆਪਣੇ ਇਰਾਦੇ ਹੋਰ ਮਜ਼ਬੂਤ ਕਰ ਲਓ ਕਿ ਪਤਾ ਨਹੀਂ ਇਹ ਕਿੰਨੇ ਮਹੀਨੇ ਤੇ ਕਿੰਨੇ ਸਾਲ ਇਹ ਸੰਘਰਸ਼ ਚੱਲ ਸਕਦਾ। ਔਰ ਇੱਦਾਂ ਹੀ ਤੁਹਾਨੂੰ ਸਾਰਿਆਂ ਨੂੰ ਲੜਨ ਦੀ ਮੈਂ ਅਪੀਲ ਕਰਦਾ। ਸਿਆਸੀ ਨੇਤਾਵਾਂ ਨੂੰ ਸੱਦਾ ਹੈ, ਪਰੰਤੂ ਸਿਆਸੀ ਗੱਲ ਨਹੀਂ ਹੋਣੀ ਚਾਹੀਦੀ। ਨਹੀਂ, ਸਿਆਸੀਆਂ ਨੂੰ ਸੱਦਾ ਨਹੀਂ ਜੀ ਅਸੀਂ ਦੇ ਰਹੇ, ਅਸੀਂ ਕੋਈ ਇਨਵੀਟੇਸ਼ਨ ਨਹੀਂ ਦੇ ਰਹੇ। ਇਸ ਟਰੱਸਟ ਦਾ, ਇਸ ਟੀਮ ਦਾ, ਆਰਗੇਨਾਈਜੇਸ਼ਨ ਦਾ ਮਤਲਬ ਕੀ ਸੀ ਕਿ ਅਸੀਂ ਸਭ ਨੂੰ ਖੁੱਲ੍ਹਾ ਸੱਦਾ ਦੇਵਾਂਗੇ ਜੀ। ਅਸੀਂ ਉਹਦੇ ਵਿੱਚ ਬੰਦਸ਼ ਨਹੀਂ ਰੱਖਾਂਗੇ ਵੀ ਇਹ ਬੰਦਾ ਨਹੀਂ ਆਏਗਾ, ਪਰ ਉਹਨੂੰ ਕਿਸਾਨਾਂ ਦੇ, ਕਿਸਾਨੀ ਦਾ ਜਿਹੜਾ ਆਪਣਾ ਮਖੌਟਾ ਪੋਲੀਟੀਸ਼ਨ ਦਾ, ਉਹ ਧਾਰ ਕੇ ਆਉਣਾ ਪਊਗਾ ਔਰ ਕਿਸਾਨਾਂ ਦੇ ਹੱਕ ਦੀ ਗੱਲ ਹੋਣੀ ਪਏਗੀ। ਔਰ ਉੱਥੇ ਉਹ ਨਹੀਂ ਹੋਏਗਾ ਵੀ ਉਹ ਬੰਦੂਕਾਂ ਵਾਲੇ ਗਨਮੈਨ 10 ਘੁੰਮਦੇ ਫਿਰਦੇ ਆ ਵੀ ਇਹ ਫਲਾਨਾ ਪੋਲੀਟੀਸ਼ਨ ਆ ਗਿਆ ਜੀ। ਨੋ, ਉਹ ਜਿੱਦਾਂ ਇੱਕ ਕਿਸਾਨ ਉੱਥੇ ਐਂਟਰ ਕਰਦਾ, ਚੌਂਕੜੀ ਮਾਰ ਕੇ ਬਹਿੰਦਾ, ਉਸੇ ਤਰ੍ਹਾਂ ਉਹਨੂੰ ਬਹਿਣਾ ਪਏਗਾ ਜੀ। ਔਰ ਕਿਸਾਨਾਂ ਦੇ ਹਿੱਤਾਂ ਦੀ ਤਾਂ ਹੱਕਾਂ ਦੀ ਗੱਲ, ਇਹ ਸੰਘਰਸ਼ ਦੇ ਹੱਕ ਦੀ ਗੱਲ ਕਰਨੀ ਪਏਗੀ। ਸੋਨੀਆ ਮਾਨ ਨੇ ਵੀ ਇਹੀ ਗੱਲ ਕਹੀ ਹੈ ਕਿ ਜਦੋਂ ਤੱਕ ਕਿਸਾਨੀ ਸੰਘਰਸ਼ ਸਫਲ ਨਹੀਂ ਹੋ ਜਾਂਦਾ, ਉਦੋਂ ਤੱਕ ਜਿਹੜੇ ਸਿਆਸੀ ਲੋਕ ਨੇ ਉਹ ਆਪਣੀ ਸਿਆਸਤ ਛੱਡਣ ਤੇ ਪੋਲੀਟੀਕਲ ਰੈਲੀਆਂ ਨਾ ਕਰਕੇ ਉਹ ਵੀ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਲੈਣ, ਤੇ ਆਮ ਲੋਕ ਜਿਹੜੇ ਹੈਗੇ ਨੇ ਉਹ ਵੀ ਪੋਲੀਟੀਕਲ ਰੈਲੀਆਂ ਤੋਂ ਦੂਰੀ ਬਣਾ ਕੇ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਲੈਣ। ਬਿਲਕੁਲ ਜੀ, ਇਸ ਗੱਲ ਨਾਲ ਮੈਂ ਸਹਿਮਤ ਹਾਂ। ਇਸ ਜਿਹੜਾ ਹੁਣ ਸਮਾਂ ਚੱਲਦਾ, ਇਹਦੇ ਵਿੱਚ ਸਾਨੂੰ ਕੋਈ ਵੀ ਗੌਰਮੈਂਟ ਨੂੰ, ਕਿਸੇ ਵੀ ਪਾਰਟੀ ਨੂੰ ਹੱਲੇ ਰੈਲੀਆਂ, ਜੇ ਉਹ ਵਾਕਈ ਸਾਡੇ ਹਿਤੈਸ਼ੀ ਆ, ਉਹ ਕਿਸਾਨੀ ਅੰਦੋਲਨ ਦੀ ਹੈਲਪ ਕਰਦੇ ਅੰਦਰੋਂ, ਤੇ ਉਹਨਾਂ ਨੂੰ ਹਾਲੇ ਰੈਲੀਆਂ ਨਕਾਰ ਦੇਣੀਆਂ ਚਾਹੀਦੀਆਂ ਜੀ, ਸਾਰੀਆਂ ਪਾਰਟੀਆਂ ਨੂੰ ਸਲਾਹ ਕਰਕੇ। ਤੇ ਉਸ ਤੋਂ ਬਾਅਦ ਦੂਜੀ ਗੱਲ ਇਹ ਹੈ ਕਿ ਜਿਹੜਾ ਸਾਡਾ ਹਜੂਮ ਆ, ਸਾਡਾ ਵੋਟਰ ਹੈ, ਉਹਨੂੰ ਮੈਂ ਇਹ ਬੇਨਤੀ ਕਰੂੰਗਾ ਕਿ ਤੁਸੀਂ, ਮੈਂ ਅੱਗੇ ਵੀ ਇੱਕ ਮਾਧਿਅਮ ਰਾਹੀਂ ਗੱਲ ਕਰ ਚੁੱਕਾ, ਸਾਡੀਆਂ ਮਾਵਾਂ, ਸਾਡੇ ਪਿਓ ਕਹਿੰਦੇ ਹੁੰਦੇ ਸੀ ਕਿ ਪੁੱਤ ਪੜ੍ਹ ਲਾ, ਧੀਏ ਪੜ੍ਹ ਲਾ, ਐਜੂਕੇਸ਼ਨ ਬਹੁਤ ਜ਼ਰੂਰੀ ਆ। ਅਸੀਂ ਤਾਂ ਚਲੋ ਠੀਕ ਠਾਕ ਪੜ੍ਹ ਗਏ ਹਾਂ ਜੀ। ਔਰ ਮੈਨੂੰ ਉਹ ਗੱਲ ਯਾਦ ਆਉਂਦੀ ਆ ਕਿ ਅਸੀਂ ਨਾ ਪੜ੍ਹਿਆ ਹੋਇਆ ਪ੍ਰਧਾਨ ਮੰਤਰੀ ਬਣਾ ਕੇ ਉਹਦਾ ਸਿੱਟਾ ਚੱਲ ਰਹੇ ਹਾਂ ਜੀ। ਠੀਕ ਹੈ ਜੀ। ਔਰ ਸਾਡੇ ਵੋਟਰ ਨੂੰ ਵੀ ਜਿਹੜੀ ਐਜੂਕੇਸ਼ਨ ਮੈਟਰ ਕਰਦੀ ਆ, ਸਾਡੇ ਵੋਟਰ ਨੂੰ ਵੀ ਪੜ੍ਹਨਾ ਪੈਣਾ। ਹੁਣ ਇੱਕ ਮਾਂ ਨੂੰ ਇੱਕ ਹੋਰ ਆਪਣਾ ਫੈਸਲਾ ਲੈਣਾ ਪੈਣਾ ਆ ਕਿ ਮੈਂ ਆਪਣੇ ਪੁੱਤ ਨੂੰ, ਧੀ ਨੂੰ ਵਾਕਈ ਪੜ੍ਹਾਵਾਂ। ਉਹਨੂੰ ਇੰਨਾ ਤਾਂ ਪਤਾ ਲੱਗ ਜਾਏ ਕਿ ਅਸੀਂ ਵੋਟ ਕਿੱਥੇ ਪਾਉਣੀ ਹੈ ਜੀ। ਅਸੀਂ ਉਦੋਂ ਰਾਤ ਨੂੰ ਕਮਲੇ ਹੋ ਕੇ ਸਾਨੂੰ 4 ਪੈਗ ਉਧਰੋਂ ਲਵਾਤੇ, ਭੁੱਕੀ ਨਸ਼ਾ ਲਿਆਤਾ, ਕਿਸੇ ਨੇ ਫੀਮ ਲਿਆਤੀ, ਉਹ ਨਸ਼ੇ 'ਚ ਪਾਗਲ ਹੋ ਕੇ 100 ਦਾ ਨੋਟ ਫੜ ਕੇ ਅਸੀਂ ਆਪਣੀ ਇੱਕ ਇੰਨਾ ਕੀਮਤੀ ਜਿਹੜਾ ਵੋਟ ਆ, ਅਸੀਂ 1-2 ਪਿੱਗਾਂ ਦੇ ਕਰਕੇ ਉੱਥੇ ਵੇਚ ਦਿੰਦੇ ਹਾਂ ਰਾਤ ਨੂੰ। ਸਾਨੂੰ ਐਜੂਕੇਟ ਹੋਣਾ ਪੈਣਾ ਕਿ ਅਸੀਂ ਵੋਟ ਭਾਈ ਕਿੱਥੇ ਪਾਉਣੀ ਹੈ, ਕਿਹੜਾ ਬੰਦਾ ਆ ਜਿਹੜਾ ਸਾਡੇ ਸਮਾਜ ਨੂੰ ਤੇ
ਹੱਕਾਂ ਦੀ, ਸਾਡੀ ਇੱਜ਼ਤ ਦੀ, ਸਾਡੀ ਜਾਨ ਦੀ ਰਾਖੀ ਕਰੂਗਾ, ਕਿਹੜਾ ਬੰਦਾ ਕਰ ਸਕਦਾ। ਲੱਖਾ ਸਿਧਾਣਾ ਨੂੰ ਕਿਸਾਨ ਇੱਕ ਵਾਰ ਫਿਰ ਬਾਰਡਰ ਤੇ ਲੈ ਕੇ ਗਏ ਨੇ ਤੇ ਨਾਲ ਹੀ ਦੀਪ ਸਿੱਧੂ ਨੂੰ ਵੀ ਕਿਤੇ ਨਾ ਕਿਤੇ ਫਿਰ ਦੁਬਾਰੇ ਗਲੇ ਲਗਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਕਿਸਾਨਾਂ ਦੀ ਕੀਤੀ ਜਾ ਰਹੀ ਹੈ। ਕੀ ਤੁਹਾਨੂੰ ਲੱਗਦਾ ਇਹਨਾਂ ਦੋਵਾਂ ਦੀ ਕਿੰਨੀ ਮਹੱਤਵਪੂਰਨ ਭੂਮਿਕਾ ਜਿਹੜੀ ਹੈਗੀ ਹੈ ਉਹ ਹੈਗੀ ਇਸ ਕਿਸਾਨੀ ਅੰਦੋਲਨ ਦੇ ਵਿੱਚ? ਭਾਜੀ ਦੀਪ ਸਿੱਧੂ ਨੂੰ ਗਲੇ ਲਗਾਉਣ ਦੀ ਕੋਸ਼ਿਸ਼ ਤਾਂ ਦੇਖੋ ਇਹ ਤਾਂ ਕਰ ਰਹੇ ਆ, ਕਰਨੀ ਵੀ ਚਾਹੀਦੀ ਆ। ਅਸੀਂ ਇੱਕ ਪਰਿਵਾਰ ਹਾਂ ਜੀ। ਜਿਹੜੇ ਸਾਡੇ ਜਥੇਬੰਦੀਆਂ ਦੇ ਲੀਡਰ ਨੇ ਉਹ ਸਾਡੇ ਬਜ਼ੁਰਗ ਆ, ਔਰ ਇਹ ਸਾਡੇ ਲੱਖੇ ਸਿਧਾਣੇ, ਦੀਪ ਸਿੱਧੂ ਨਹੀਂ ਸਾਡੇ ਛੋਟੇ ਵੀਰ ਆ। ਅਸੀਂ ਵੀ ਬਜ਼ੁਰਗਾਂ ਦੇ ਧੀਆਂ ਪੁੱਤ ਲੱਗਦੇ, ਸਾਡਾ ਪਰਿਵਾਰ ਹੈ। ਨਿੱਕੇ ਮੋਟੇ ਮਤਭੇਦ ਸਾਡੇ ਘਰਾਂ ਦੇ ਵਿੱਚ ਵੀ ਹੁੰਦੇ ਆ ਜੀ। ਔਰ ਦੀਪ ਸਿੱਧੂ ਨੇ ਵੀ ਕਿਸਾਨੀ ਅੰਦੋਲਨ ਦੇ ਹੱਕ ਦੀ ਗੱਲ ਕੀਤੀ ਆ। ਬਹੁਤ ਵੱਡਾ ਹਜੂਮ ਆ ਉਹਦੇ ਮਗਰ। ਲੱਖੇ ਸਿਧਾਣੇ ਨੇ ਵੀ ਇਹੀ ਗੱਲ ਕੀਤੀ ਆ। ਉਹ ਦੁਬਾਰਾ ਲੱਖਾ ਸਿਧਾਣਾ ਜੁੜ ਗਿਆ। ਮੈਂ ਉਸ ਗੱਲ ਨੂੰ ਮੈਂ ਉਹਨਾਂ ਦੀ ਧੰਨਵਾਦ ਕਰਦਾ। ਥੈਂਕ ਯੂ ਸੋ ਮੱਚ। ਜਥੇਬੰਦੀਆਂ ਨੇ ਵੀ ਉਹਨੂੰ ਗੱਲ ਨੂੰ ਲਾਇਆ, ਉਹਨਾਂ ਦਾ ਵੀ ਧੰਨਵਾਦ। ਲੱਖੇ ਸਿਧਾਣੇ ਵੀਰ ਦਾ ਵੀ ਉਹ ਦੁਬਾਰਾ ਕਿਉਂ ਲੱਗਾ ਗੱਲ ਨਾਲ, ਉਹ ਪਹਿਲੀ ਘਰ ਰੁੱਸਿਆ ਹੀ ਨਹੀਂ ਸੀ। ਇਹ ਗੱਲ ਤੂਲ ਹੋਰ ਤਰੀਕੇ ਨਾਲ ਬਣ ਗਈ ਸੀਗੀ। ਔਰ ਉਹ ਪਹਿਲਾਂ ਵੀ ਇੱਥੇ ਹੀ ਸੀ, ਕਿਤੇ ਨਹੀਂ ਗਿਆ ਸੀਗਾ, ਔਰ ਹਮੇਸ਼ਾ ਹੀ ਨਾਲ ਆ। ਦੀਪ ਸਿੱਧੂ ਵੀ ਆਪਣੇ ਜਿੱਥੇ ਵੀ ਹੈ ਉਹ ਵੀ ਇਹਦੇ ਨਾਲ ਆ ਜੀ। ਕੋਈ ਮੰਤਵ ਜਿਹੜਾ ਮਕਸਦ ਆ ਉਹ ਸਾਰਿਆਂ ਦਾ ਇਹੀ ਆ ਵੀ ਅਸੀਂ ਇਹ ਲੜਾਈ ਜਿਹੜੀ ਆ ਲੜਨੀ ਆ, ਜਿੰਨੀ ਮਰਜ਼ੀ ਲੰਬੀ ਹੋਵੇ, ਔਰ ਅਸੀਂ ਜਿੱਤ ਪ੍ਰਾਪਤ ਕਰਨੀ ਹੈ। ਬਹੁਤ ਬਹੁਤ ਸ਼ੁਕਰੀਆ। ਸਰਬਜੀਤ ਚੀਮਾ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਤੇ ਇਹਨਾਂ ਨੇ ਅਪੀਲ ਇਹੀ ਕੀਤੀ ਹੈ ਕਿ ਇਕਜੁੱਟ ਹੋ ਕੇ ਲੜਾਈ ਜਿੱਤ ਸਕਦੇ ਹਾਂ ਤੇ ਇਕਜੁੱਟ ਹੋਣ ਦੀ ਜ਼ਰੂਰਤ ਹੈ। ਕੈਮਰਾਮੈਨ ਸੰਦੀਪ ਦੇ ਨਾਲ ਕੁਲਵੀਰ ਦੀਵਾਨ, ਔਨ 에ਅਰ, ਚੰਡੀਗੜ੍ਹ।